ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल जी, तुसीं देख रहे हो पंजाब मेल USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਨਵੇਂ ਨਿਯਮ ਤਹਿਤ ਡੈਪੋਟੇਸ਼ਨ ਦਾ ਸਾਹਮਣਾ ਕਰ ਰਹੇ ਪ੍ਰਵਾਸੀਆਂ ਨੂੰ ਅਪੀਲ ਦੇ ਲਈ ਮਿਲਣਗੇ ਸਿਰਫ 10 ਦਿਨ। ਮਾਰਚ 2026 US ਵੀਜ਼ਾ ਬੁਲੇਟਿਨ ਜਾਰੀ। ਫੈਮਿਲੀ ਬੇਸਡ ਗ੍ਰੀਨ ਕਾਰਡਾਂ ਦੀ ਸਥਿਤੀ ਅਤੇ ਵੀਜ਼ਾ ਪਾਬੰਦੀਆਂ। ਅਮਰੀਕਾ ਤੋਂ ਡਿਪੋਰਟ ਹੋਣ ਵਾਲਿਆਂ ਨੂੰ ਵੱਡਾ ਝਟਕਾ। ਡੈਪੋਟੇਸ਼ਨ ਆਰਡਰ ਤੋਂ ਬਾਅਦ ਅਮਰੀਕੀ ਨਾਗਰਿਕ ਨਾਲ ਵਿਆਹ ਵੀ ਨਹੀਂ ਬਚਾ ਸਕੇਗਾ ਦੇਸ਼ ਨਿਕਾਲਾ। BIA ਦਾ ਵੱਡਾ ਫੈਸਲਾ। ਵਿਦੇਸ਼ ਜਾਣ ਵਾਲੇ ਸਾਵਧਾਨ। 2026 ਤੋਂ ਬਦਲ ਜਾਣਗੇ ਪਾਸਪੋਰਟ ਦੇ ਨਿਯਮ। ਹੁਣ ਸੋਸ਼ਲ ਮੀਡੀਆ ਦੀ ਹਿਸਟਰੀ ਵੀ ਹੋਵੇਗੀ ਚੈੱਕ। ਦੂਜੇ ਦੀ ਜਾਨ ਬਚਾਉਣ ਦੇ ਲਈ 911 ਤੇ ਫੋਨ ਕਰਨ ਵਾਲੇ ਪ੍ਰਵਾਸੀ ਨੂੰ ਆਈਸ ਨੇ ਕੀਤਾ ਸੀ ਗ੍ਰਿਫਤਾਰ। ਹੁਣ ਅਦਾਲਤ ਨੇ ਸੁਣਾਇਆ ਇਤਿਹਾਸਕ ਫੈਸਲਾ। ਪਾਕਿਸਤਾਨੀ ਪਾਸਪੋਰਟ ਜਾਂ ਸ਼ੱਕੀ ਟਰੈਵਲ ਹਿਸਟਰੀ। ਅਮਰੀਕਾ ਨੇ ਆਪਣੇ ਹੀ ਨਾਗਰਿਕ ਨੂੰ ਭਾਰਤ ਆਉਣ ਤੋਂ ਪਹਿਲਾਂ ਹਿਰਾਸਤ 'ਚ ਲਿਆ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ 'ਚ ਇੱਕ ਨਵਾਂ ਨਿਯਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਜਿਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਯਾਨੀ ਡੈਪੋਟੇਸ਼ਨ ਦੇ ਹੁਕਮ ਦਿੱਤੇ ਗਏ ਹਨ, ਉਹਨਾਂ ਦੇ ਕੋਲ ਅਦਾਲਤ ਵਿੱਚ ਅਪੀਲ ਕਰਨ ਲਈ ਹੁਣ ਸਿਰਫ 10 ਦਿਨ ਦਾ ਸਮਾਂ ਹੋਵੇਗਾ। ਪਹਿਲਾਂ ਪ੍ਰਵਾਸੀਆਂ ਕੋਲ ਆਪਣਾ ਪੱਖ ਰੱਖਣ ਲਈ ਵਧੇਰੇ ਸਮਾਂ ਹੁੰਦਾ ਸੀ, ਪਰ ਹੁਣ ਉਹਨਾਂ ਨੂੰ ਆਪਣੇ ਡੈਪੋਟੇਸ਼ਨ ਆਰਡਰ ਦੇ ਖਿਲਾਫ ਅਪੀਲ ਦਰਜ ਕਰਨ ਲਈ ਸਿਰਫ 10 ਕੈਲੰਡਰ ਦਿਨ ਦਿੱਤੇ ਜਾਣਗੇ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ ਅਤੇ ਅਦਾਲਤੀ ਕੇਸਾਂ ਦੇ ਬੋਝ ਨੂੰ ਘਟਾਉਣਾ ਹੈ। ਕਈ ਕਾਨੂੰਨੀ ਮਾਹਰਾਂ ਅਤੇ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ 10 ਦਿਨਾਂ ਦਾ ਸਮਾਂ ਇੱਕ ਵਕੀਲ ਲੱਭਣ, ਕਾਨੂੰਨੀ ਦਸਤਾਵੇਜ਼ ਤਿਆਰ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਬਹੁਤ ਘੱਟ ਹੈ। ਇਸ ਨਿਯਮ ਦੇ ਨਾਲ ਹਜ਼ਾਰਾਂ ਪ੍ਰਵਾਸੀ ਪ੍ਰਭਾਵਿਤ ਹੋ ਸਕਦੇ ਹਨ, ਖਾਸ ਕਰਕੇ ਉਹ ਲੋਕ ਜੋ ਅੰਗਰੇਜ਼ੀ ਭਾਸ਼ਾ ਨਹੀਂ ਜਾਣਦੇ ਜਾਂ ਜਿਨ੍ਹਾਂ ਦੇ ਕੋਲ ਮਹਿੰਗੇ ਵਕੀਲ ਕਰਨ ਲਈ ਪੈਸੇ ਨਹੀਂ ਹਨ। ਅਮਰੀਕਾ ਜਾਣ ਦੇ ਚਾਹਵਾਨਾਂ ਅਤੇ ਆਪਣੇ ਪਰਿਵਾਰਾਂ ਨੂੰ ਅਮਰੀਕਾ ਬੁਲਾਉਣ ਦੀ ਉਡੀਕ ਕਰ ਰਹੇ ਲੋਕਾਂ ਲਈ ਅਹਿਮ ਖਬਰ ਹੈ। ਮਾਰਚ 2026 ਦਾ ਵੀਜ਼ਾ ਬੁਲੇਟਿਨ ਜਾਰੀ ਹੋ ਚੁੱਕਿਆ ਹੈ। ਇਸ ਬੁਲੇਟਿਨ ਵਿੱਚ ਫੈਮਿਲੀ ਬੇਸਡ ਗ੍ਰੀਨ ਕਾਰਡ ਸ਼੍ਰੇਣੀਆਂ ਅਤੇ ਕੁਝ ਦੇਸ਼ਾਂ ਤੇ ਲੱਗੀਆਂ ਵੀਜ਼ਾ ਪਾਬੰਦੀਆਂ ਬਾਰੇ ਅਹਿਮ ਜਾਣਕਾਰੀ ਹੈ। ਸੋ ਖਬਰ ਦੇ ਮੁੱਖ ਵੇਰਵੇ ਕੁਝ ਇਸ ਤਰੀਕੇ ਨਾਲ ਹਨ ਕਿ ਫੈਮਿਲੀ ਸਪਾਂਸਰਡ ਸ਼੍ਰੇਣੀਆਂ ਜਿਵੇਂ ਕਿ ਭੈਣ ਭਰਾ ਜਾਂ ਬੱਚਿਆਂ ਲਈ ਗ੍ਰੀਨ ਕਾਰਡ ਦੀਆਂ ਤਾਰੀਖਾਂ ਵਿੱਚ ਇਸ ਮਹੀਨੇ ਕੋਈ ਵੱਡੀ ਤਬਦੀਲੀ ਨਹੀਂ ਦੇਖੀ ਗਈ ਹੈ। ਇਹ ਲਗਭਗ ਸਟੇਬਲ ਹੋਈਆਂ ਹਨ, ਯਾਨੀ ਕਿ ਸਥਿਰ ਰਹੀਆਂ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਕੌਂਸਲਰ ਮਾਮਲਿਆਂ ਦੇ ਬਿਊਰੋ ਨੇ ਮਾਰਚ ਵਿੱਚ ਲਗਭਗ ਸਾਰੀਆਂ ਪਰਿਵਾਰਕ ਪ੍ਰਯੋਜਿਤ ਸ਼੍ਰੇਣੀਆਂ ਲਈ ਤਰਜੀਹੀ ਤਾਰੀਖਾਂ ਨੂੰ ਸਥਿਰ ਰੱਖਿਆ। ਅਮਰੀਕੀ ਨਾਗਰਿਕਾਂ ਦੇ 21 ਸਾਲ ਤੋਂ ਵੱਧ ਉਮਰ ਦੇ ਅਣਵਿਆਹੇ ਪੁੱਤਰਾਂ ਧੀਆਂ ਲਈ ਇੰਟਰਵਿਊ ਸਿਰਫ 8 ਨਵੰਬਰ 2016 ਤੋਂ ਪਹਿਲਾਂ ਦਾਇਰ ਕੀਤੀਆਂ ਗਈਆਂ I-130 ਪਟੀਸ਼ਨਾਂ ਲਈ ਉਪਲਬਧ ਰਹਿੰਦੇ ਹਨ। ਗ੍ਰੀਨ ਕਾਰਡ ਧਾਰਕਾਂ ਦੇ ਜੀਵਨ ਸਾਥੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚੇ 1 ਫਰਵਰੀ 2024 ਦੇ ਉਸੇ ਕੱਟ ਆਫ ਦਾ ਸਾਹਮਣਾ ਕਰਦੇ ਹਨ। ਬਾਲਗ ਬੱਚਿਆਂ ਲਈ ਕੋਈ ਗਤੀਵਿਧੀ ਨਹੀਂ ਹੁੰਦੀ ਹੈ। ਸੋ ਅਮਰੀਕੀ ਨਾਗਰਿਕਾਂ ਦੇ ਵਿਆਹੇ ਪੁੱਤਰ ਧੀਆਂ 8 ਸਤੰਬਰ 2011 ਨੂੰ ਅਤੇ ਭੈਣ ਭਰਾ 8 ਜਨਵਰੀ 2008 ਨੂੰ ਹੋਲਡ ਕਰਦੇ ਸਨ। ਭਾਵ ਸਿਰਫ ਪ੍ਰੀ ਫਾਈਲਿੰਗ ਤਾਰੀਖਾਂ ਹੀ ਮਾਰਚ ਇੰਟਰਵਿਊ ਲਈ ਯੋਗ ਹੁੰਦੀਆਂ ਹਨ। ਇਹ ਸਥਿਰਤਾ ਅਮਰੀਕਾ ਤੋਂ ਬਾਹਰ ਦੇ ਲੋਕਾਂ ਲਈ ਬੈਕਲੌਗ ਨੂੰ ਲੰਮਾ ਕਰਦੀ ਹੈ, ਕਿਉਂਕਿ ਮੰਗ ਉਪਲਬਧ ਵੀਜ਼ਾ ਤੋਂ ਵੱਧ ਜਾਂਦੀ ਹੈ। 75 ਦੇਸ਼ਾਂ ਤੇ ਵੀਜ਼ਾ ਪਾਬੰਦੀ ਵੀ ਲੱਗ ਚੁੱਕੀ। ਇਸ ਦੇ ਨਾਲ ਇੱਕ ਵੱਡੀ ਜਾਣਕਾਰੀ ਇਹ ਵੀ ਹੈ ਕਿ ਨੇਪਾਲ ਸਮੇਤ ਦੁਨੀਆ ਦੇ ਲਗਭਗ 75 ਦੇਸ਼ ਅਜੇ ਵੀ ਅਮਰੀਕੀ ਵੀਜ਼ਾ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਵਿੱਚ ਵੀਜ਼ਾ ਪ੍ਰਕਿਰਿਆ ਅਜੇ ਵੀ ਰੁਕੀ ਹੋਈ ਹੈ ਜਾਂ ਬਹੁਤ ਹੌਲੀ ਚੱਲ ਰਹੀ ਹੈ। ਨੇਪਾਲ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੈ ਜਿੱਥੇ ਵੀਜ਼ਾ ਸੇਵਾਵਾਂ ਤੇ ਲਗਾਤਾਰ ਰੋਕ ਲੱਗੀ ਹੋਈ ਹੈ, ਜਿਸ ਕਾਰਨ ਉੱਥੇ ਦੇ ਨਾਗਰਿਕਾਂ ਨੂੰ ਅਮਰੀਕੀ ਵੀਜ਼ਾ ਮਿਲਣ ਵਿੱਚ ਦਿੱਕਤ ਆ ਰਹੀ ਹੈ। ਅਮਰੀਕਾ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਬਿਨੇਕਾਰਾਂ ਨੂੰ ਇੱਕ ਸ਼੍ਰੇਣੀ ਵਿੱਚ ਮਾਮੂਲੀ ਲਾਭ ਮਿਲਦਾ ਹੈ। ਸੋ ਗ੍ਰੀਨ ਕਾਰਡ ਧਾਰਕਾਂ ਦੇ ਜੀਵਨ ਸਾਥੀ ਅਤੇ ਨਾਬਾਲਗ ਬੱਚੇ ਹੁਣ ਗ੍ਰੀਨ ਕਾਰਡ ਅਰਜ਼ੀਆਂ ਦਾਇਰ ਕਰ ਸਕਦੇ ਹਨ ਜੇਕਰ ਉਹਨਾਂ ਦਾ I-130 22 ਫਰਵਰੀ ਯਾਨੀ ਕਿ 22 ਫਰਵਰੀ 2026 ਤੋਂ ਪਹਿਲਾਂ ਦਾਇਰ ਕੀਤਾ ਗਿਆ ਸੀ। 1 ਮਹੀਨੇ ਦਾ ਲਾਭ ਹੈ। ਦੇਸ਼ ਵਿੱਚ ਹੋਰ ਤਾਰੀਖਾਂ ਜਿਵੇਂ ਕਿ ਗ੍ਰੀਨ ਕਾਰਡ ਧਾਰਕਾਂ ਦੇ ਬਾਲਗ ਬੱਚੇ 15 ਮਾਰਚ 2017, ਅਮਰੀਕੀ ਨਾਗਰਿਕਾਂ ਦੇ ਬਾਲਗ ਅਣਵਿਆਹੇ ਬੱਚੇ ਉਹਨਾਂ ਦੀ ਤਾਰੀਖ 1 ਸਤੰਬਰ 2017, ਵਿਆਹੇ ਹੋਏ ਬੱਚੇ 22 ਜੁਲਾਈ 2012 ਅਤੇ ਭੈਣ ਭਰਾ 1 ਮਾਰਚ 2009 ਕੋਈ ਬਦਲਾਅ ਨਹੀਂ ਦਿਖਾਉਂਦੇ ਹਨ।
ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਵੀਜ਼ਾ ਮੁਅੱਤਲੀ ਨੇਪਾਲ ਅਤੇ 75 ਦੇਸ਼ਾਂ ਨੂੰ ਪ੍ਰਭਾਵਿਤ ਕਰਦੀ ਹੈ। 21 ਜਨਵਰੀ 2026 ਤੋਂ ਅਮਰੀਕੀ ਵਿਦੇਸ਼ ਵਿਭਾਗ ਨੇ ਇੰਟਰਵਿਊਆਂ ਤੋਂ ਬਾਅਦ ਵੀ ਨੇਪਾਲ ਅਤੇ 74 ਹੋਰ ਦੇਸ਼ਾਂ ਲਈ ਪ੍ਰਵਾਸੀ ਵੀਜ਼ਾ ਜਾਰੀ ਕਰਨਾ ਮੁਅੱਤਲ ਕਰ ਦਿੱਤਾ ਹੈ। ਇਹ ਅਣਮਿੱਥੇ ਸਮੇਂ ਲਈ ਰੋਕ ਜਨਤਕ ਚਾਰਜ ਸਮੀਖਿਆਵਾਂ ਨਾਲ ਜੁੜੀ ਪੂਰੀਆਂ ਪ੍ਰਕਿਰਿਆਵਾਂ ਦੇ ਬਾਵਜੂਦ ਪ੍ਰਵੇਸ਼ ਨੂੰ ਰੋਕਦੀ ਹੈ। ਹਾਲਾਂਕਿ 21 ਜਨਵਰੀ ਤੋਂ ਪਹਿਲਾਂ ਦੇ ਵੀਜ਼ੇ ਵੈਧ ਰਹਿੰਦੇ ਹਨ। ਬੈਕਲੌਗ ਦੀ ਸਮੱਸਿਆ ਵੀ ਹੈ। ਬੁਲੇਟਿਨ ਇਹ ਵੀ ਦਰਸਾਉਂਦਾ ਹੈ ਕਿ ਵੀਜ਼ਾ ਬੈਕਲੌਗ ਅਜੇ ਵੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜਿਸ ਕਾਰਨ ਕਈ ਸ਼੍ਰੇਣੀਆਂ ਵਿੱਚ ਇੰਤਜ਼ਾਰ ਦਾ ਸਮਾਂ ਕਾਫੀ ਜ਼ਿਆਦਾ ਹੈ। ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਲਈ ਇੱਕ ਬੇहद ਅਹਿਮ ਅਤੇ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਖਿਲਾਫ ਇੱਕ ਵਾਰ ਦੇਸ਼ ਨਿਕਾਲੇ ਯਾਨੀ ਕਿ ਰਿਮੂਵਲ ਆਰਡਰ ਦੇ ਹੁਕਮ ਜਾਰੀ ਹੋ ਚੁੱਕੇ ਹਨ ਤਾਂ ਉਸ ਤੋਂ ਬਾਅਦ ਕਿਸੇ ਅਮਰੀਕੀ ਨਾਗਰਿਕ ਨਾਲ ਵਿਆਹ ਕਰਵਾਉਣਾ ਵੀ ਉਸ ਨੂੰ ਡਿਪੋਰਟ ਹੋਣ ਤੋਂ ਨਹੀਂ ਬਚਾ ਸਕੇਗਾ। ਅਦਾਲਤੀ ਫੈਸਲੇ ਅਨੁਸਾਰ ਅਕਸਰ ਦੇਖਿਆ ਜਾਂਦਾ ਸੀ ਕਿ ਦੇਸ਼ ਨਿਕਾਲੇ ਦੇ ਹੁਕਮ ਹੋਣ ਤੋਂ ਬਾਅਦ ਕਈ ਪ੍ਰਵਾਸੀ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰ ਲੈਂਦੇ ਸਨ ਅਤੇ ਫਿਰ ਉਸ ਆਧਾਰ ਤੇ ਆਪਣੇ ਕੇਸ ਨੂੰ ਮੁੜ ਖੁਲਵਾਉਣ ਦੇ ਲਈ ਯਾਨੀ ਮੋਸ਼ਨ ਆਫ ਰੀਓਪਨ ਦੀ ਕੋਸ਼ਿਸ਼ ਕਰਦੇ ਸਨ। ਪਰ ਹੁਣ BIA ਨੇ ਇਸ ਰੁਝਾਨ ਤੇ ਸਖਤੀ ਦਿਖਾਈ ਹੈ। ਬੋਰਡ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਸਿਰਫ ਵਿਆਹ ਦੇ ਆਧਾਰ ਤੇ ਪੁਰਾਣੇ ਡੈਪੋਟੇਸ਼ਨ ਆਰਡਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਅਦਾਲਤ ਮੁਤਾਬਕ ਕਾਨੂੰਨ ਦੀਆਂ ਨਜ਼ਰਾਂ ਵਿੱਚ ਅਜਿਹੇ ਮਾਮਲਿਆਂ ਵਿੱਚ ਰਾਹਤ ਦੇਣੀ ਲਾਜ਼ਮੀ ਨਹੀਂ ਹੈ, ਖਾਸ ਕਰਕੇ ਉਦੋਂ ਜਦੋਂ ਵਿਅਕਤੀ ਪਹਿਲਾਂ ਹੀ ਦੇਸ਼ ਛੱਡਣ ਦੇ ਹੁਕਮਾਂ ਦੀ ਉਲੰਘਣਾ ਕਰ ਚੁੱਕਾ ਹੋਵੇ। ਮਾਹਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਦਾ ਸਿੱਧਾ ਅਸਰ ਉਹਨਾਂ ਹਜ਼ਾਰਾਂ ਭਾਰਤੀਆਂ ਖਾਸ ਕਰਕੇ ਪੰਜਾਬੀ ਨੌਜਵਾਨਾਂ ਤੇ ਪੈ ਸਕਦਾ ਹੈ ਜੋ ਅਮਰੀਕਾ ਵਿੱਚ ਪੱਕੇ ਹੋਣ ਦੇ ਲਈ ਪੇਪਰ ਮੈਰਿਜ ਜਾਂ ਦੇਸ਼ ਨਿਕਾਲੇ ਦੇ ਹੁਕਮਾਂ ਤੋਂ ਬਾਅਦ ਵਿਆਹ ਦਾ ਸਹਾਰਾ ਲੈਂਦੇ ਹਨ। ਸੋ ਕਾਨੂੰਨੀ ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਹੁਣ ਇਮੀਗ੍ਰੇਸ਼ਨ ਨਿਯਮਾਂ ਵਿੱਚ ਹੋਰ ਸਖਤੀ ਆਉਣ ਕਾਰਨ ਪ੍ਰਵਾਸੀਆਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਇਸ ਫੈਸਲੇ ਨੇ ਉਹਨਾਂ ਲੋਕਾਂ ਲਈ ਰਾਹ ਮੁਸ਼ਕਿਲ ਕਰ ਦਿੱਤੇ ਹਨ ਜੋ ਦੇਸ਼ ਨਿਕਾਲੇ ਦੀ ਤਲਵਾਰ ਲਟਕਣ ਤੋਂ ਬਾਅਦ ਵਿਆਹ ਨੂੰ ਇੱਕ ਸੇਫਟੀ ਵੋਲਵ ਵਜੋਂ ਵਰਤਦੇ ਹਨ। ਜੇਕਰ ਤੁਸੀਂ ਵੀ ਸਾਲ 2026 ਵਿੱਚ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇहद ਜ਼ਰੂਰੀ ਹੈ। ਅੰਤਰਰਾਸ਼ਟਰੀ ਯਾਤਰਾ ਨੂੰ ਲੈ ਕੇ ਇੱਕ ਨਵੇਂ ਅਤੇ ਸਖਤ ਨਿਯਮ ਲਾਗੂ ਹੋਣ ਜਾ ਰਹੇ ਹਨ, ਜਿਸ ਤਹਿਤ ਹੁਣ ਸਿਰਫ ਪਾਸਪੋਰਟ ਹੋਣਾ ਹੀ ਕਾਫੀ ਨਹੀਂ ਹੋਵੇਗਾ, ਸਗੋਂ ਤੁਹਾਡੇ ਸੋਸ਼ਲ ਮੀਡੀਆ ਖਾਤਿਆਂ ਤੇ ਵੀ ਸਰਕਾਰ ਦੀ ਤਿੱਖੀ ਨਜ਼ਰ ਰਹੇਗੀ। ਸੋ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਨਵੀਂ ਰਿਪੋਰਟਾਂ ਅਨੁਸਾਰ 2026 ਤੋਂ ਕਈ ਦੇਸ਼ ਇਮੀਗ੍ਰੇਸ਼ਨ ਅਤੇ ਵੀਜ਼ਾ ਪ੍ਰਕਿਰਿਆ ਦੌਰਾਨ ਯਾਤਰੀਆਂ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਜਿਵੇਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਦੀ ਜਾਂਚ ਕਰਨਗੇ। ਇਸ ਦਾ ਮੁੱਖ ਮਕਸਦ ਹੋਏਗਾ ਸੁਰੱਖਿਆ ਨੂੰ ਯਕੀਨੀ ਬਣਾਉਣਾ। ਜੇਕਰ ਤੁਹਾਡੇ ਸੋਸ਼ਲ ਮੀਡੀਆ ਤੇ ਕੋਈ ਵੀ ਇਤਰਾਜ਼ਯੋਗ ਪੋਸਟ ਜਾਂ ਗਤੀਵਿਧੀ ਪਾਈ ਜਾਂਦੀ ਹੈ ਤਾਂ ਤੁਹਾਡੀ ਐਂਟਰੀ ਰੋਕੀ ਜਾ ਸਕਦੀ ਹੈ। ਪਾਸਪੋਰਟ ਵੀ ਵੈਧਤਾ ਤੇ ਵੀ ਸਖਤੀ ਹੈ, ਵੈਲਿਡਿਟੀ ਤੇ। ਸੋ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਯਾਤਰੀਆਂ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਉਹਨਾਂ ਦੇ ਪਾਸਪੋਰਟ ਦੀ ਮਿਆਦ ਸਿਰਫ ਮਹੀਨੇ 2 ਮਹੀਨੇ ਨਹੀਂ ਸਗੋਂ ਯਾਤਰਾ ਦੀ ਤਰੀਕ ਤੋਂ ਘੱਟੋ-ਘੱਟ 6 ਮਹੀਨੇ ਵੱਧ ਹੋਣੀ ਚਾਹੀਦੀ ਹੈ। ਕਈ ਦੇਸ਼ਾਂ ਨੇ ਹੁਣ ਛੋਟੀ ਮਿਆਦ ਵਾਲੇ ਪਾਸਪੋਰਟ ਤੇ ਵੀਜ਼ਾ ਦੇਣ ਤੋਂ ਇਨਕਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਸੋ ਯਾਤਰੀਆਂ ਲਈ ਖਾਸ ਹਦਾਇਤਾਂ ਜਾਰੀ ਹੋਈਆਂ ਹਨ ਕਿ ਸੋਸ਼ਲ ਮੀਡੀਆ ਕਲੀਨਅਪ ਯਾਨੀ ਕਿ ਆਪਣੀ ਪ੍ਰੋਫਾਈਲ ਤੇ ਅਜਿਹੀ ਕੋਈ ਵੀ ਜਾਣਕਾਰੀ ਜਾਂ ਫੋਟੋ ਨਾ ਰੱਖੋ ਜੋ ਸ਼ੱਕੀ ਲੱਗੇ। ਇਸ ਤੋਂ ਇਲਾਵਾ ਵੀਜ਼ਾ ਫਾਰਮ ਭਰਦੇ ਸਮੇਂ अपने सोशल मीडिया हैंडल्स की सही जानकारी देने भी लाजमी हो सकती है। इस अलावा जेकर पासपोर्ट खत्म होने वाला है तो उसनू तुरंत रीन्यू करवाना बहुत ज़्यादा जरूरी है। इसका असर पंजाबी मुसाफिरां ते बहुत पएगा। कैनेडा, अमेरिका ते आस्ट्रेलिया जाने वाले पंजाबी नौजवानों लिए ये नियम काफ़ी अहम हैं। माहरां दा कहना है कि डिजिटल दुनिया विच तुहाडी हर गतिविधि हुण तुहाडे विदेश जाण दे सुपने नूं प्रभावित कर सकती है। इसलिए इंटरनेट ते कुछ भी पोस्ट करन तो पहला 100 वार सोचो, सावधान रहो अते समय सिर अपने दस्तावेज पूरे करो तां जो तुहाडी अंतरराष्ट्रीय उड़ान विच कोई रुकावट ना आवे। अमेरिका की एक अदालत ने इमीग्रेशन विभाग यानी आइस नूं करारी झटका दिंदे हुए एक अहम फैसला सुनाया। अदालत ने उस प्रवासी नूं तुरंत रिहा करन दे हुक्म दिते हैं जिसनूं सिर्फ इसलिए हिरासत विच लिया गया सी क्योंकि उसने किसी दूजे व्यक्ति की जान बचाउण दे लई एमरजेंसी नंबर 911 ते कॉल कीती सी। एक घटना उदों वापरी जदों एक प्रवासी व्यक्ति ने अपनी इंसानियत दिखाउंदे होए एक मुसीबत विच फसे व्यक्ति की मदद करन लई 911 ते को फोन कीता सी। पर मौके ते पहुंची पुलिस अते बाद विच आइस यानी इमीग्रेशन एंड कस्टम इन्फोर्समेंट ने उस व्यक्ति की मदद करन दी बजाय उसदे
ਇਮੀਗ੍ਰੇਸ਼ਨ ਸਟੇਟਸ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਮਾਮਲੇ ਦੀ ਸੁਣਵਾਈ ਕਰਦਿਆਂ ਮਾਨਯੋਗ ਜੱਜ ਨੇ ਆਈਸ ਦੀ ਇਸ ਕਾਰਵਾਈ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ। ਅਦਾਲਤ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਸਿਰਫ ਇਸ ਲਈ ਗ੍ਰਿਫਤਾਰ ਕਰਨਾ ਕਿ ਉਸਨੇ ਕਿਸੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਬੇहद ਮੰਦਭਾਗਾ ਹੈ। ਅਜਿਹੀਆਂ ਕਾਰਵਾਈਆਂ ਨਾਲ ਸਮਾਜ ਵਿੱਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ ਅਤੇ ਲੋਕ ਐਮਰਜੈਂਸੀ ਵੇਲੇ ਮਦਦ ਮੰਗਣ ਤੋਂ ਡਰਨਗੇ। ਸੋ ਇਸ ਫੈਸਲੇ ਤੋਂ ਬਾਅਦ ਅਮਰੀਕੀ ਪ੍ਰਵਾਸੀ ਯਾਨੀ ਕਿ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀ ਭਾਈਚਾਰੇ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਸੁੱਖ ਦਾ ਸਾਹ ਲਿਆ। ਮਹਾਰਾਜ ਦਾ ਕਹਿਣਾ ਹੈ ਕਿ ਇਹ ਫੈਸਲਾ ਇੱਕ ਮਿਸਾਲ ਬਣੇਗਾ ਕਿ ਇਨਸਾਨੀਅਤ ਪਹਿਲਾਂ ਹੈ ਅਤੇ ਕਾਨੂੰਨ ਦੀ ਵਰਤੋਂ ਕਿਸੇ ਦੀ ਮਦਦ ਕਰਨ ਵਾਲੇ ਦੇ ਖਿਲਾਫ ਨਹੀਂ ਹੋਣੀ ਚਾਹੀਦੀ। ਇਹ ਫੈਸਲਾ ਸਪਸ਼ਟ ਕਰਦਾ ਹੈ ਕਿ ਅਮਰੀਕੀ ਸੰਵਿਧਾਨ ਹਰ ਵਿਅਕਤੀ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ, ਚਾਹੇ ਉਸਦਾ ਸਟੇਟਸ ਕੁਝ ਵੀ ਹੋਵੇ, ਖਾਸ ਕਰਕੇ ਜਦੋਂ ਗੱਲ ਕਿਸੇ ਦੀ ਜਾਨ ਬਚਾਉਣ ਦੀ ਹੁੰਦੀ ਹੈ। ਸ਼ਿਕਾਗੋ ਦੀ ਰਹਿਣ ਵਾਲੀ ਭਾਰਤੀ ਮੂਲ ਦੀ 28 ਸਾਲਾਂ ਦੀ ਅਮਰੀਕੀ ਨਾਗਰਿਕ ਸੁਦਾਸ ਨਕਵੀ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ 43 ਘੰਟਿਆਂ ਤੱਕ ਹਿਰਾਸਤ ਵਿੱਚ ਰੱਖਿਆ। ਸੁਦਾਸ ਨਕਵੀ ਦੇ ਵਕੀਲ ਦਾ ਮੰਨਣਾ ਸੀ ਕਿ ਉਹਨਾਂ ਦੀ ਯਾਤਰਾ ਦਾ ਇਤਿਹਾਸ ਸ਼ੱਕੀ ਸੀ। ਸੁਦਾਸ ਦੇ ਪਰਿਵਾਰ ਨੇ ਹਿਰਾਸਤ ਵਿੱਚ ਰੱਖਣ ਵਾਲੇ ਅਧਿਕਾਰੀਆਂ ਤੇ ਫੋਨ ਲੋਕੇਸ਼ਨ ਟਰੈਕ ਕਰਨ ਦੇ ਬਾਵਜੂਦ ਝੂਠ ਬੋਲਣ ਅਤੇ ਉਹਨਾਂ ਨੂੰ ਬਿਨਾਂ ਕਿਸੇ ਸਪਸ਼ਟ ਆਧਾਰ ਦੇ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਰੱਖਣ ਦੀ ਗੰਭੀਰ ਦੋਸ਼ ਲਗਾਇਆ ਹੈ। ਨਕਵੀ ਹੁਣ ਘਰ ਵਾਪਸ ਆ ਗਈ ਹੈ। ਦਰਅਸਲ ਅਮਰੀਕੀ ਨਾਗਰਿਕ ਸੁਦਾਸ ਨਕਵੀ 5 ਹੋਰ ਲੋਕਾਂ ਨਾਲ ਜਰਮਨ ਸੌਫਟਵੇਅਰ ਕੰਪਨੀ SAPSE ਵਿੱਚ ਨੌਕਰੀ ਲਈ ਭਾਰਤ ਜਾ ਰਹੇ ਸਨ। ਇਸ 6 ਮੈਂਬਰੀ ਸਮੂਹ ਵਿੱਚ ਸਨੀ ਸਮੇਤ 3 ਅਮਰੀਕੀ ਨਾਗਰਿਕ ਅਤੇ 3 ਗ੍ਰੀਨ ਕਾਰਡ ਧਾਰਕ ਸ਼ਾਮਲ ਸਨ, ਜਿਨ੍ਹਾਂ ਕੋਲ ਪਾਕਿਸਤਾਨੀ ਪਾਸਪੋਰਟ ਵੀ ਸਨ। ਇਹਨਾਂ ਸਾਰੇ 6 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। 3 ਗ੍ਰੀਨ ਕਾਰਡ ਧਾਰਕਾਂ ਨੂੰ ਇਸਤਾਂਬੁਲ ਵਿੱਚ ਵੀਜ਼ਾ ਸੰਬੰਧੀ ਸਮੱਸਿਆਵਾਂ ਕਾਰਨ ਵਾਪਸ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਦੀ ਯਾਤਰਾ ਰੱਦ ਕਰ ਦਿੱਤੀ ਗਈ। ਨਕਵੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਬ੍ਰਾਡਵਿਊ ਭੇਜੇ ਜਾਣ ਤੋਂ ਪਹਿਲਾਂ ਸ਼ਿਕਾਗੋ ਓਹੇਅਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ 30 ਘੰਟਿਆਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਸੀ। ਪਰਿਵਾਰ ਉਹਨਾਂ ਦੇ ਫੋਨ ਦੀ ਲੋਕੇਸ਼ਨ ਚੈੱਕ ਕਰ ਰਿਹਾ ਸੀ, ਪਰ ਜਦੋਂ ਉਹਨਾਂ ਨੂੰ ਆਈਸ ਯਾਨੀ ਕਿ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਸੁਵਿਧਾ ਕੇਂਦਰ ਲਿਜਾਇਆ ਗਿਆ ਤਾਂ ਲੋਕੇਸ਼ਨ ਮਿਲਣੀ ਬੰਦ ਹੋ ਗਈ। ਹਾਲਾਂਕਿ ਅਧਿਕਾਰੀ ਪਰਿਵਾਰਕ ਮੈਂਬਰਾਂ ਨੂੰ ਲਗਾਤਾਰ ਇਹੀ ਕਹਿੰਦੇ ਰਹੇ ਹਨ ਕਿ ਉਹਨਾਂ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਨਕਵੀ ਦੀ ਭੈਣ ਸਾਰਾ ਅਫਜ਼ਲ ਨੇ ਕਿਹਾ ਕਿ ਪੁਲਿਸ ਵਾਲੇ ਸਾਡੇ ਸਾਹਮਣੇ ਝੂਠ ਬੋਲ ਰਹੇ ਸਨ। ਅਸੀਂ ਉਹਨਾਂ ਨੂੰ ਪੁੱਛ ਰਹੇ ਸੀ ਕਿ ਦੇਖੋ ਉਸ ਦੀ ਲੋਕੇਸ਼ਨ ਇੱਥੇ ਹੀ ਹੈ, ਅਸੀਂ ਉਸ ਦੇ ਸੰਪਰਕ ਵਿੱਚ ਸੀ, ਪਰ ਪੁਲਿਸ ਵਾਲੇ ਵਾਰ-ਵਾਰ ਇਹੀ ਕਹਿ ਰਹੇ ਹਨ ਕਿ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕੀ ਦੱਸਾਂ। ਸਾਰਾ ਅਫਜ਼ਲ ਨੇ ਦੱਸਿਆ ਕਿ ਪੁਲਿਸ ਵਾਲਿਆਂ ਨੇ ਨਕਵੀ ਦਾ ਨੰਬਰ ਮੰਗਿਆ ਤਾਂ ਜੋ ਉਹ ਸੁਵਿਧਾ ਕੇਂਦਰ ਵਿੱਚ ਉਸ ਦਾ ਫੋਨ ਲੱਭ ਸਕਣ। ਲਗਭਗ 10 ਮਿੰਟ ਬਾਅਦ ਫੋਨ ਖੁੱਲਿਆ ਗਿਆ, ਟੈਕਸਟ ਮੈਸੇਜ ਪੜ੍ਹੇ ਗਏ ਤਾਂ ਫੋਨ ਬੰਦ ਕਰ ਦਿੱਤਾ ਗਿਆ ਅਤੇ ਸਾਨੂੰ ਉਸ ਦੀ ਲੋਕੇਸ਼ਨ ਦਾ ਪਤਾ ਨਹੀਂ ਚੱਲ ਸਕਿਆ। ਅਫਜ਼ਲ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਡਰਾਉਣਾ ਸੀ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਾਣਨਾ ਵਾਕਈ ਡਰਾਉਣਾ ਹੈ ਕਿ ਅਜਿਹਾ ਕਿਸੇ ਵਿਅਕਤੀ ਨਾਲ ਹੋ ਸਕਦਾ ਹੈ ਜੋ ਇੱਥੇ ਹੀ ਪੈਦਾ ਹੋਇਆ ਹੋਵੇ। ਪੂਰੀ ਸਵੇਰ ਬਸ ਆਪਣੇ ਆਪ ਨੂੰ ਸੰਭਾਲਣ ਵਿੱਚ ਹੀ ਬੀਤ ਗਈ ਹੈ। ਸੋ ਉਹ ਨਹੀਂ ਚਾਹੁੰਦੀ ਕਿ ਇਹ ਮਾਮਲਾ ਸਿਰਫ ਉਸ ਬਾਰੇ ਹੋਵੇ, ਇਹ ਉਹਨਾਂ ਸਾਰੇ ਲੋਕਾਂ ਬਾਰੇ ਹੈ ਜਿਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਗਿਆ ਹੈ। ਸੋ ਸੋਮਵਾਰ ਨੂੰ CBP ਦੇ ਇੱਕ ਬੁਲਾਰੇ ਨੇ ਨਕਵੀ ਦੇ ਪਰਿਵਾਰ ਦੇ ਦਾਅਵਿਆਂ ਦਾ ਖੰਡਨ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਲਾਗੂ ਕਰਨ ਵਾਲੀ ਜਾਂਚ ਦੇ ਆਧਾਰ ਤੇ ਵਾਧੂ ਨਿਰੀਖਣ ਲਈ ਓਹੇਅਰ ਪਹੁੰਚਣ ਤੇ ਉਹਨਾਂ ਨੂੰ ਚਿੰਨ੍ਹਿਤ ਕੀਤਾ ਗਿਆ ਸੀਗਾ। ਸੋ ਉਹਨਾਂ ਦਾ ਦਾਅਵਾ ਹੈ ਕਿ 90 ਮਿੰਟਾਂ ਦੇ ਅੰਦਰ ਹੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ। ਕੈਨੇਡਾ ਦੀ ਜਾਰਜੀਆ ਖਾੜੀ ਦੇ ਤੱਟ ਤੇ ਬਰਫ਼ ਦੀ ਇੱਕ ਵੱਡੀ ਚਟਾਨ ਟੁੱਟ ਜਾਣ ਨਾਲ ਕਰੀਬ 2 ਦਰਜਨ ਲੋਕ ਫਸ ਗਏ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਸਾਰੇ 23 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਪੁਲਿਸ ਨੇ ਕਿਹਾ ਹੈ ਕਿ ਇਹ ਘਟਨਾ ਐਤਵਾਰ ਦੁਪਹਿਰ ਹੋਈ ਜਦੋਂ ਬਰਫ਼ ਦੀ ਪਰਤ ਅਚਾਨਕ ਖਿਸਕ ਕੇ ਕਿਨਾਰੇ ਤੋਂ ਕਰੀਬ 1 ਮੀਲ ਦੂਰ ਰੁੜ ਗਈ ਤੇ ਕਈ ਹਿੱਸਿਆਂ 'ਚ ਟੁੱਟ ਗਏ। ਇਸ ਨਾਲ ਉੱਥੇ ਮੌਜੂਦ ਕੁਝ ਲੋਕ ਬਰਫੀਲੇ ਪਾਣੀ 'ਚ ਅੰਸ਼ਿਕ ਰੂਪ ਨਾਲ ਡੁੱਬ ਗਏ। ਦੁਪਹਿਰ ਤੱਕ ਸਾਰੇ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਕਿਨਾਰੇ ਤੇ ਪਹੁੰਚਾ ਦਿੱਤਾ ਗਿਆ। ਕੁਝ ਲੋਕਾਂ ਨੂੰ ਹਲਕੀ ਸੱਟਾਂ ਤੇ ਹਾਈਪੋਥਰਮੀਆ ਦੀ ਸਮੱਸਿਆ ਹੋਈ, ਪਰ ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ 3 ਪਾਰਲੀਮੈਂਟੀ ਹਲਕਿਆਂ ਵਿੱਚ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ, ਜਦਕਿ ਦੂਜੇ ਪਾਸੇ ਮਹਿਲਾ ਜਥੇਬੰਦੀਆਂ ਨੇ ontario ਵਿੱਚ ਮਿਊਨਿਸਪਲ ਚੋਣਾਂ ਦਾ ਬਿਗਲ ਵਜਾਉਂਦਿਆਂ ਵੱਧ ਤੋਂ ਵੱਧ ਔਰਤਾਂ ਨੂੰ ਮੈਦਾਨ ਵਿੱਚ ਉਤਾਰਨ ਦਾ ਸੱਦਾ ਦਿੱਤਾ ਹੈ। ਜੀ ਹਾਂ, ਸਕਾਰਬਰੋ, ਸਾਊਥ ਵੈਸਟ ਯੂਨੀਵਰਸਿਟੀ, ਰੋਜ਼ਡੇਲ ਅਤੇ ਮੌਂਟਰੀਅਲ ਦੀ ਟੈਰੇਬੋਨ ਪਾਰਲੀਮੈਂਟੀ ਰਾਈਡਿੰਗ ਤੇ 13 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਇਲੈਕਸ਼ਨਸ ਕੈਨੇਡਾ ਮੁਤਾਬਕ ਐਡਵਾਂਸ ਪੋਲਿੰਗ 3 ਅਪ੍ਰੈਲ ਤੋਂ 6 ਅਪ੍ਰੈਲ ਤੱਕ ਹੋਵੇਗੀ ਅਤੇ 7 ਅਪ੍ਰੈਲ ਤੋਂ ਪਹਿਲਾਂ ਡਾਕ ਰਾਹੀਂ ਵੋਟ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਇਲੈਕਸ਼ਨਸ ਕੈਨੇਡਾ ਦੇ ਕਿਸੇ ਵੀ ਦਫ਼ਤਰ ਵਿੱਚ 7 ਅਪ੍ਰੈਲ ਤੱਕ ਵੋਟ ਪਾਉਣ ਦੀ ਸਹੂਲਤ ਵੱਖਰੇ ਤੌਰ ਤੇ ਦਿੱਤੀ ਗਈ ਹੈ। ਸਕਾਰਬਰੋ ਸਾਊਥ ਵੈਸਟ ਸੀਟ ਲੰਬੇ ਸਮੇਂ ਤੋਂ MP ਬਿਲ ਬਲੇਅਰ ਦੇ ਅਸਤੀਫੇ ਮਗਰੋਂ ਖਾਲੀ ਹੋਈ, ਜਿਨ੍ਹਾਂ ਨੂੰ UK ਵਿੱਚ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ
ਥਾਪਿਆ ਗਿਆ, ਜਦਕਿ ਯੂਨੀਵਰਸਿਟੀ ਰੋਜ਼ਡੇਲ ਸੀਟ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਅਸਤੀਫੇ ਕਰਕੇ ਖਾਲੀ ਹੋਈ, ਜਿਨ੍ਹਾਂ ਵਿੱਚੋਂ ਯੂਕਰੇਨ ਸਰਕਾਰ ਦੀ ਸਲਾਹਕਾਰ ਵਜੋਂ ਨਾਮਜ਼ਦਗੀ ਹਾਸਲ ਕੀਤੀ। ਇਨ੍ਹਾਂ ਦੋਹਾਂ ਸੀਟਾਂ ਦੇ ਉਲਟ ਟੈਰੇਬੋਨ ਸੀਟ ਦਾ ਚੋਣ ਨਤੀਜਾ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ, ਜਿੱਥੇ ਪਿਛਲੇ ਸਾਲ ਅਪ੍ਰੈਲ ਵਿੱਚ ਹੋਈਆਂ ਆਮ ਚੋਣਾਂ ਦੌਰਾਨ ਪਹਿਲਾਂ ਬਲੋਕ ਕਿਊਬੈਕਵਾ ਦੀ ਨੈਟਲੀ ਸਿੰਕਲੇਅਰ ਨੂੰ ਜੇਤੂ ਲਾਣਿਆ ਗਿਆ ਅਤੇ ਬਾਅਦ ਵਿੱਚ ਨਿਆਇਕ ਸਮੀਖਿਆ ਦੇ ਆਧਾਰ ਤੇ ਲਿਬਰਲ ਉਮੀਦਵਾਰ ਤਾਤਿਆਨਾ ਔਗਸਤ ਜੇਤੂ ਕਰਾਰ ਦੇ ਦਿੱਤੀ ਗਈ। ਨੈਂਟਨੀ ਵੱਲੋਂ ਚੋਣ ਨਤੀਜੇ ਨੂੰ ਚੁਣੌਤੀ ਦਿੱਤੀ ਗਈ ਅਤੇ ਬੀਤੇ 13 ਫਰਵਰੀ ਨੂੰ ਸੁਣਾਏ ਫੈਸਲੇ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਚੋਣ ਨਤੀਜਾ ਹੀ ਰੱਦ ਕਰ ਦਿੱਤਾ। ਦੱਸ ਦੇ ਕਿ ਹਾਊਸ ਆਫ ਕਾਮਨਸ ਵਿੱਚ ਲਿਬਰਲ ਪਾਰਟੀ ਕੋਲ ਇਸ ਵੇਲੇ 169 ਸੀਟਾਂ ਹਨ ਅਤੇ ਤਿੰਨੋਂ ਸੀਟਾਂ ਤੇ ਜਿੱਤ ਹਾਸਲ ਹੋਣ ਦੀ ਸੂਰਤ ਵਿੱਚ ਘੱਟ ਗਿਣਤੀ ਸਰਕਾਰ ਬਹੁਮਤ ਵਿੱਚ ਆ ਜਾਵੇਗੀ। ਯੂਨੀਵਰਸਿਟੀ ਰੋਜ਼ਡੇਲ ਸੀਟ ਤੋਂ ਲਿਬਰਲ ਪਾਰਟੀ ਵੱਲੋਂ ਫੈਮਿਲੀ ਫਿਜ਼ੀਸ਼ੀਅਨਸ ਅਤੇ ਹੈਲਥ ਕੇਅਰ ਐਡਵੋਕੇਟ ਡਾਕਟਰ ਡੈਨੀਅਲ ਨੂੰ ਉਮੀਦਵਾਰ ਬਣਾਇਆ ਗਿਆ, ਜਦਕਿ ਓਨਟਾਰੀਓ ਵਿੱਚ ਐਨਡੀਪੀ ਦੀ ਸਾਬਕਾ ਉਪ ਆਗੂ ਡੋਲੀ ਬੇਗਮ ਸਕਾਰਬਰੋ ਸਾਊਥ ਵੈਸਟ ਹਲਕੇ ਤੋਂ ਮੈਦਾਨ ਵਿੱਚ ਹਨ। ਸਿਆਸੀ ਮਾਹਰਾਂ ਮੁਤਾਬਕ ਜ਼ਿਮਨੀ ਚੋਣਾਂ ਦੇ ਨਤੀਜੇ ਮਾਕਾਨੀ ਸਰਕਾਰ ਦੀ 1 ਸਾਲ ਦੀ ਕਾਰਗੁਜ਼ਾਰੀ ਨੂੰ ਦਰਸਾਉਣਗੇ। ਟੋਰਾਂਟੋ ਦੇ GTA ਵਿੱਚ ਭਾਵੇਂ ਲਿਬਰਲ ਪਾਰਟੀ ਨੂੰ ਮਜ਼ਬੂਤ ਮੰਨਿਆ ਜਾ ਸਕਦਾ ਹੈ, ਪਰ ਮੌਂਟਰੀਅਲ ਦੀ ਟੈਰੇਬੋਨ ਸੀਟ ਹੈਰਾਨਕੁਨ ਨਤੀਜਾ ਪੇਸ਼ ਕਰ ਸਕਦੀ ਹੈ। ਮੱਧ ਪੂਰਬ 'ਚ ਜਾਰੀ ਟਕਰਾਅ ਦਰਮਿਆਨ ਅਮਰੀਕਾ ਨੇ ਦੱਖਣੀ ਕੋਰੀਆ ਨਾਲ ਮਿਲ ਕੇ ਵੱਡੀ ਫੌਜੀ ਮਸ਼ਕਾਂ ਸ਼ੁਰੂ ਕੀਤੀਆਂ ਹਨ। ਮਸ਼ਕਾਂ ਵਿੱਚ ਦੋਵਾਂ ਮੁਲਕਾਂ ਦੇ ਹਜ਼ਾਰਾਂ ਫੌਜੀ ਸ਼ਾਮਲ ਹਨ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਕਿਹਾ ਹੈ ਕਿ 19 ਮਾਰਚ ਤੱਕ ਚੱਲਣ ਵਾਲੀ ਫਰੀडम ਸ਼ੀਲਡ ਵਿੱਚ 18,000 ਕੋਰੀਆਈ ਫੌਜੀ ਹਿੱਸਾ ਲੈ ਰਹੇ ਹਨ। ਅਮਰੀਕੀ ਫੌਜੀਆਂ ਦੀ ਗਿਣਤੀ ਬਾਰੇ ਹਾਲੇ ਘੜੀ ਕੋਈ ਜਾਣਕਾਰੀ ਨਹੀਂ ਦੱਸੀ ਗਈ ਹੈ। ਸੋ ਦੋਵੇਂ ਮੁਲਕ ਅਜਿਹੇ ਮੌਕੇ ਇੱਕ ਸਾਂਝੀ ਮਸ਼ਕ ਕਰਨ ਲੱਗੇ ਹਨ ਜਦੋਂ ਦੱਖਣੀ ਕੋਰੀਆ ਦੇ ਮੀਡੀਆ 'ਚ ਚੁੰਝ ਚਰਚਾ ਹੈ ਕਿ ਵਾਸ਼ਿੰਗਟਨ ਵੱਲੋਂ ਈਰਾਨ ਖਿਲਾਫ ਜੰਗ ਦੀ ਹਮਾਇਤ ਲਈ ਦੱਖਣੀ ਕੋਰੀਆ ਤੋਂ ਆਪਣੇ ਕੁਝ ਸਲਾਮਤੀ ਦਸਤਿਆਂ ਨੂੰ ਹਟਾਇਆ ਜਾ ਰਿਹਾ ਹੈ। US ਫੋਰਸਿਸ ਕੋਰੀਆ ਨੇ ਪਿਛਲੇ ਹਫਤੇ ਕਿਹਾ ਸੀ ਕੋਈ ਸੁਰੱਖਿਆ ਕਾਰਨਾਂ ਕਰਕੇ ਆਪਣੇ ਫੌਜੀ ਅਸਾਮੀਆਂ ਦੀ ਆਮ ਦੌਰਫਤ ਬਾਰੇ ਕੋਈ ਟਿੱਪਣੀ ਨਹੀਂ ਕਰੇਗਾ। ਦੱਖਣੀ ਕੋਰੀਆ ਅਧਿਕਾਰੀਆਂ ਨੇ ਕੁਝ ਅਮਰੀਕੀ ਪੈਟਰੀਅਟ ਐਂਟੀ ਮਿਜ਼ਾਈਲ ਸਿਸਟਮ ਅਤੇ ਹੋਰ ਉਪਕਰਨਾਂ ਨੂੰ ਮੱਧ ਪੂਰਬ ਵਿੱਚ ਲਿਜਾਣ ਦੀਆਂ ਰਿਪੋਰਟਾਂ ਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਉਧਰ ਰਾਜਧਾਨੀ ਸਿਓਲ ਵਿੱਚ ਇਨ੍ਹਾਂ ਮਸ਼ਕਾਂ ਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਆ ਗਏ। ਉਹਨਾਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ। ਉਹਨਾਂ ਨੇ ਇਨ੍ਹਾਂ ਮਸ਼ਕਾਂ ਦੇ ਵਿਰੋਧ ਵਿੱਚ ਅਮਰੀਕੀ ਦੂਤਾਵਾਸ ਦੇ ਅੱਗੇ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ। ਮੱਧ ਪੂਰਬ 'ਚ ਚੱਲ ਰਹੇ ਯੁੱਧ ਦੇ ਵਿਚਕਾਰ ਇਜ਼ਰਾਈਲ ਅਤੇ ਉਸਦੇ ਸਭ ਤੋਂ ਕਰੀਬੀ ਸਹਿਯੋਗੀ ਦੇਸ਼ ਅਮਰੀਕਾ ਵਿਚਕਾਰ ਦਰਾਰ ਪੈਦਾ ਹੁੰਦੀ ਨਜ਼ਰ ਆ ਰਹੀ ਹੈ। ਅਮਰੀਕਾ ਇਜ਼ਰਾਈਲ ਦੀ ਉਸ ਕਾਰਵਾਈ ਤੋਂ ਗੰਭੀਰ ਨਾਰਾਜ਼ ਹੈ ਜਿਸ ਵਿੱਚ ਇਜ਼ਰਾਈਲੀ ਫੌਜ ਨੇ ਈਰਾਨ ਦੇ ਤੇਲ ਡਿਪੂਆਂ ਅਤੇ ਰਿਫਾਈਨਰੀਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਹਮਲੇ ਨੇ ਜੰਗ ਨੂੰ ਇੱਕ ਅਜਿਹੇ ਖਤਰਨਾਕ ਮੋੜ ਤੇ ਲਿਆ ਖੜਾ ਕੀਤਾ ਹੈ ਜਿਸ ਦੀ ਉਮੀਦ ਨਹੀਂ ਸੀ। ਇਜ਼ਰਾਈਲ ਨੇ ਦਾਅਵਾ ਕੀਤਾ ਸੀ ਕਿ ਜਿਨ੍ਹਾਂ ਤੇਲ ਸਹੂਲਤਾਂ ਤੇ ਹਮਲਾ ਕੀਤਾ ਗਿਆ ਹੈ ਉਹਨਾਂ ਦੀ ਵਰਤੋਂ ਈਰਾਨ ਵੱਲੋਂ ਮਿਜ਼ਾਈਲ ਨੂੰ ਰਿਫਿਊਲ ਕਰਨ ਲਈ ਕੀਤੀ ਜਾਂਦੀ ਸੀ। ਸੋ ਹਾਲਾਂਕਿ ਅਮਰੀਕਾ ਇਸ ਦਲੀਲ ਤੋਂ ਸੰਤੁਸ਼ਟ ਨਹੀਂ ਹੈ। ਰਿਪੋਰਟਾਂ ਅਨੁਸਾਰ ਜਦੋਂ ਤੇਲ ਅਵੀਵ ਨੇ ਅਮਰੀਕਾ ਨੂੰ ਇਨ੍ਹਾਂ ਹਮਲਿਆਂ ਬਾਰੇ ਸੂਚਿਤ ਕੀਤਾ ਤਾਂ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਹੈਰਾਨੀ ਅਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਤੁਸੀਂ ਇਹ ਕੀ ਕੀਤਾ ਹੈ। ਅਮਰੀਕਾ ਦਾ ਮੰਨਣਾ ਹੈ ਕਿ ਇੰਨੇ ਭਿਆਨਕ ਹਮਲੇ ਨਾਲ ਜੰਗ ਦਾ ਘੇਰਾ ਬੇਲੋੜਾ ਵਧਿਆ ਹੈ ਜੋ ਕਿ ਈਰਾਨ ਦੇ ਆਮ ਨਾਗਰਿਕਾਂ ਲਈ ਗੰਭੀਰ ਮੁਸੀਬਤਾਂ ਦਾ ਸਬਬ ਬਣ ਰਿਹਾ ਹੈ। ਸੋ ਇਸ ਹਮਲੇ ਦੇ ਨਤੀਜੇ ਵਜੋਂ ਤਹਿਰਾਨ ਵਿੱਚ ਸਥਿਤ 3 ਵੱਡੇ ਤੇਲ ਡਿਪੂਆਂ ਅਤੇ ਇੱਕ ਰਿਫਾਈਨਰੀ ਵਿੱਚ ਭਿਆਨਕ ਅੱਗ ਲੱਗ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੱਗ ਇੰਨੀ ਜ਼ਿਆਦਾ ਸੀ ਕਿ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਅੱਗ ਦਾ ਦਰਿਆ ਵਗ ਰਿਹਾ ਹੋਵੇ। ਇਸ ਹਮਲੇ ਕਾਰਨ ਉੱਠੇ ਜ਼ਹਿਰੀਲੇ ਧੂਏ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਤਹਿਰਾਨ ਦੀ ਹਵਾ ਹੁਣ ਇੰਨੀ ਜ਼ਹਿਰੀਲੀ ਹੋ ਚੁੱਕੀ ਹੈ ਕਿ ਲੋਕਾਂ ਨੂੰ ਮਾਸਕ ਪਾ ਕੇ ਰਹਿਣ ਅਤੇ ਬਹੁਤ ਜ਼ਰੂਰੀ ਨਾ ਹੋਣ ਤੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਮਾਰਤਾਂ ਤੇ ਖੇਤਰਾਂ ਤੇ ਤੇਲ ਦੀ ਮੋਟੀ ਪਰਤ ਜਮ੍ਹਾਂ ਹੋ ਗਈ ਹੈ ਜਿਸ ਨਾਲ ਸਿਹਤ ਦਾ ਵੱਡਾ ਸੰਕਟ ਪੈਦਾ ਹੋ ਗਿਆ ਹੈ। ਬੀਤੇ ਦਿਨ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਜੰਗ ਬਾਰੇ ਵੱਡਾ ਬਿਆਨ ਦੇ ਕੇ ਕਿਹਾ ਸੀ ਕਿ ਉਹ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਚਰਚਾ ਕਰਕੇ ਜੰਗਬੰਦੀ ਬਾਰੇ ਸੋਚ ਰਹੇ ਹਨ। ਇਸ ਤੋਂ ਕੁਝ ਘੰਟਿਆਂ ਬਾਅਦ ਹੀ ਟਰੰਪ ਨੇ ਈਰਾਨ ਨੂੰ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਮਾਰਗ ਸਟ੍ਰੇਟ ਆਫ ਹੋਰਮੁਜ਼ ਨੂੰ ਲੈ ਕੇ ਬੇਹੱਦ ਸਖਤ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਜੇਕਰ ਈਰਾਨ ਨੇ ਤੇਲ ਦੀ ਸਪਲਾਈ ਰੋਕਣ ਜਾਂ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਇਸ ਰਸਤੇ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਵੇਗਾ ਅਤੇ ਈਰਾਨ ਦਾ ਅੰਤ ਹੋਵੇਗਾ। ਇੱਕ ਇੰਟਰਵਿਊ ਦੌਰਾਨ ਰਾਸ਼ਟਰਪਤੀ ਨੇ ਕਿਹਾ ਕਿ ਉਹ ਈਰਾਨ ਆਪਣਾ ਸਭ ਕੁਝ ਅਜ਼ਮਾ ਚੁੱਕੇ ਹਨ। ਉਹਨਾਂ ਨੂੰ ਕੋਈ ਵੀ ਗਲਤੀ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਉਸ ਦੇਸ਼ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ। ਟਰੰਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਹ ਲਿਖਿਆ ਕਿ ਜੇਕਰ ਈਰਾਨ ਹੋਰਮੁਜ਼ ਵਿੱਚ ਤੇਲ ਦੀ ਆਵਾਜਾਈ ਨੂੰ ਰੋਕਦਾ ਹੈ ਤਾਂ ਅਮਰੀਕਾ ਪਹਿਲਾਂ ਨਾਲੋਂ 20 ਗੁਣਾ ਜ਼ਿਆਦਾ ਤਾਕਤ ਨਾਲ ਜਵਾਬੀ ਕਾਰਵਾਈ ਕਰੇਗਾ। ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਸਟ੍ਰੇਟ ਆਫ ਹੋਰਮੁਜ਼ ਨੂੰ ਆਪਣੇ ਕੰਟਰੋਲ ਹੇਠ ਲੈਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਤਾਂ ਜੋ ਵਿਸ਼ਵ ਪੱਧਰ ਤੇ ਤੇਲ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਨੇ ਈਰਾਨ ਦੀ ਫੌਜੀ ਤਾਕਤਾਂ ਨੂੰ ਲਗਭਗ ਖਤਮ ਕਰ ਦਿੱਤਾ ਹੈ। ਉਹਨਾਂ ਅਨੁਸਾਰ ਈਰਾਨ ਕੋਲ ਹੁਣ ਨਾ ਤਾਂ ਕੋਈ ਪ੍ਰਭਾਵਸ਼ਾਲੀ
ਅਮਰੀਕਾ ਲਈ ਜਲ ਸੈਨਾ ਬਚੀ ਹੈ ਅਤੇ ਨਾ ਹੀ ਹਵਾਈ ਸੈਨਾ। ਉਹਨਾਂ ਨੇ ਇਹ ਵੀ ਕਿਹਾ ਕਿ ਈਰਾਨ ਦੀਆਂ ਮਿਜ਼ਾਈਲਾਂ ਅਤੇ ਡਰੋਨ ਬਣਾਉਣ ਦੀ ਸਮਰੱਥਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜੰਗ ਆਪਣੇ ਅੰਤਿਮ ਪੜਾਅ ਤੇ ਹੈ ਅਤੇ ਉਮੀਦ ਨਾਲੋਂ ਕਿਤੇ ਤੇਜ਼ੀ ਨਾਲ ਨਤੀਜੇ ਨਿਕਲ ਰਹੇ ਹਨ। ਨੈਦਰਲੈਂਡਸ ਆਧਾਰਿਤ ਖੋਜੀ ਪੱਤਰਕਾਰੀ ਕਰਨ ਵਾਲੇ ਗਰੁੱਪ ਬਲਿੰਕੇਟ ਨੇ ਦਾਅਵਾ ਕੀਤਾ ਹੈ ਕਿ ਹਾਲ ਹੀ 'ਚ ਜਾਰੀ ਵੀਡੀਓ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਦਾਅਵੇ ਦਾ ਖੰਡਨ ਕਰਦੀ ਹੈ ਕਿ ਪੱਛਮੀ ਏਸ਼ੀਆ 'ਚ ਚੱਲ ਰਹੇ ਸੰਘਰਸ਼ ਦੇ ਸ਼ੁਰੂ ਵਿੱਚ ਇੱਕ ਇਰਾਨੀ ਸਕੂਲ 'ਚ ਹੋਏ ਧਮਾਕੇ ਲਈ ਈਰਾਨ ਖੁਦ ਜ਼ਿੰਮੇਵਾਰ ਸੀ। ਘਟਨਾ 'ਚ 165 ਤੋਂ ਵੱਧ ਲੋਕ ਮਾਰੇ ਗਏ ਸਨ। ਇਹ ਦਾਅਵਾ ਅਜਿਹੇ ਸਮੇਂ ਕੀਤਾ ਗਿਆ ਜਦੋਂ ਕਈ ਸਬੂਤ 28 ਫਰਵਰੀ ਨੂੰ ਹੋਏ ਹਮਲੇ 'ਚ ਅਮਰੀਕਾ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰ ਰਹੇ ਹਨ। ਹਮਲੇ ਵਿੱਚ ਈਰਾਨ ਦੇ ਦੱਖਣੀ ਸੂਬੇ ਹੋਰਮੋਜ਼ਗਾਨ ਦੇ ਮੀਨਾਬ ਸਥਿਤ ਰੈਵੋਲੂਸ਼ਨਰੀ ਗਾਰਡ ਦੇ ਅੱਡੇ ਨੇੜੇ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਖਬਰ ਏਜੰਸੀ ਐਸੋਸੀਏਟਿਡ ਪ੍ਰੈਸ ਵੱਲੋਂ ਜਾਰੀ ਇੰਟਰਵਿਊ ਵਿੱਚ ਮਾਹਰਾਂ ਨੇ ਉਪਗ੍ਰਹਿ ਤਸਵੀਰਾਂ ਦੀ ਪੜਤਾਲ ਦੇ ਹਵਾਲੇ ਨਾਲ ਕਿਹਾ ਕਿ ਸਕੂਲ ਕੰਪਲੈਕਸ ਤੇ ਬੰਬ ਸੁੱਟੇ ਗਏ ਹਨ। ਇਸ ਤੋਂ ਇਲਾਵਾ ਬੈਲਿੰਗੇਟ ਵੱਲੋਂ ਸਾਂਝੀ ਕੀਤੀ ਵੀਡੀਓ ਸਕੂਲ ਤੇ ਹਮਲੇ ਵਾਲੇ ਦਿਨ ਦੀ 3 ਸਕਿੰਟਾਂ ਦੀ ਛੋਟੀ ਜਿਹੀ ਕਲਿੱਪ ਹੈ, ਜਿਹੜੀ ਇਰਾਨੀ ਅਰਧ ਸਰਕਾਰੀ ਖਬਰ ਏਜੰਸੀ ਮੇਹਰ ਨੇ ਐਤਵਾਰ ਨੂੰ ਪ੍ਰਸਾਰਿਤ ਕੀਤੀ ਸੀ। ਵੀਡੀਓ 'ਚ ਇੱਕ ਇਮਾਰਤ ਤੇ ਗੋਲਾ ਡਿੱਗਦਾ ਦਿਖਾਇਆ ਗਿਆ। ਬੈਲਿੰਗੇਟ ਦੇ ਖੋਜਕਾਰ ਟ੍ਰੈਵਰ ਬਾਲ ਨੇ ਵੀਡੀਓ ਦੀ ਭੂਗੋਲਿਕ ਸਥਿਤੀ ਦੀ ਖੋਜ ਕੀਤੀ ਤਾਂ ਪਤਾ ਲੱਗਾ ਕਿ ਇਹ ਸਕੂਲ ਦੇ ਨੇੜੇ ਹੈ। ਇਸ ਗੋਲਾ ਬਾਰੂਦ ਦੀ ਪਛਾਣ ਟੋਮਹਾਕ ਕਰੂਜ਼ ਮਿਜ਼ਾਈਲ ਵਜੋਂ ਕੀਤੀ ਗਈ ਹੈ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇਸ ਜੰਗ ਵਿੱਚ ਇਹ ਸਿਰਫ ਅਮਰੀਕਾ ਕੋਲ ਹੀ ਹੈ। ਹਾਲਾਂਕਿ ਜੰਗ ਦੌਰਾਨ ਕਿਸੇ ਵੀ ਆਜ਼ਾਦਾਨਾ ਏਜੰਸੀ ਨੇ ਜਾਂਚ ਲਈ ਘਟਨਾ ਸਥਾਨ ਦਾ ਦੌਰਾ ਨਹੀਂ ਕੀਤਾ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਇੱਕ ਪੱਤਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੁੱਛਿਆ ਸੀ ਕਿ ਕੀ ਸਕੂਲ 'ਚ ਧਮਾਕੇ ਲਈ ਅਮਰੀਕਾ ਜ਼ਿੰਮੇਵਾਰ ਹੈ, ਤਾਂ ਉਹਨਾਂ ਨੇ ਬਿਨਾਂ ਕੋਈ ਸਬੂਤ ਦਿੱਤੇ ਜਵਾਬ 'ਚ ਕਿਹਾ ਸੀ, ਨਹੀਂ, ਮੇਰੇ ਖਿਆਲ 'ਚ ਮੈਂ ਜੋ ਦੇਖਿਆ ਉਸ ਆਧਾਰ ਤੇ ਇਹ ਈਰਾਨ ਵੱਲੋਂ ਕੀਤਾ ਗਿਆ ਸੀ। ਕੈਨੇਡਾ ਦੇ ontario ਸੂਬੇ ਦੇ ਜਾਰਜੀਅਨ ਬੇ ਖੇਤਰ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ ਜਦੋਂ ਬਰਫ਼ ਦਾ ਇੱਕ ਟੁਕੜਾ ਕੰਢੇ ਤੋਂ ਵੱਖ ਹੋ ਜਾਣ ਕਾਰਨ ਉਸ ਤੇ ਖੜੇ 23 ਲੋਕ ਫਸ ਗਏ। ਬਾਅਦ ਵਿੱਚ ਪੁਲਿਸ ਅਤੇ ਰਾਹਤ ਟੀਮਾਂ ਵੱਲੋਂ ਉਹਨਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ontario ਪੁਲਿਸ ਮੁਤਾਬਕ ਇਹ ਲੋਕ ਉਸ ਸਮੇਂ ਬਰਫ਼ ਤੇ ਮੌਜੂਦ ਸਨ ਜਦੋਂ ਬਰਫ਼ ਦੀ ਚਾਦਰ ਅਚਾਨਕ ਕੰਢੇ ਤੇ ਟੁੱਟ ਕੇ ਪਾਣੀ ਵਿੱਚ ਵੱਖ ਹੋ ਗਈ। ਇਸ ਕਾਰਨ ਸਾਰੇ ਲੋਕ ਇੱਕ ਛੋਟੇ ਬਰਫੀਲੇ ਟੁਕੜੇ ਤੇ ਫਸ ਗਏ ਅਤੇ ਉਹਨਾਂ ਲਈ ਵਾਪਸ ਕੰਢੇ ਤੱਕ ਆਉਣਾ ਮੁਸ਼ਕਿਲ ਹੋ ਗਿਆ। ਰਾਹਤ ਕਾਰਵਾਈ ਦੌਰਾਨ 2 ਹੈਲੀਕਾਪਟਰਾਂ ਦੀ ਮਦਦ ਨਾਲ ਸਾਰੇ 23 ਲੋਕਾਂ ਨੂੰ ਇੱਕ-ਇੱਕ ਕਰਕੇ ਉੱਥੇ ਕੱਢ ਕੇ ਸੁਰੱਖਿਅਤ ਥਾਂ ਤੇ ਲਿਆਂਦਾ ਗਿਆ। ਪੁਲਿਸ ਨੇ ਦੱਸਿਆ ਕਿ ਬਚਾਏ ਗਏ ਸਾਰੇ ਲੋਕਾਂ ਦੀ ਸਿਹਤ ਠੀਕ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਸੰਤ ਦੇ ਮੌਸਮ ਦੌਰਾਨ ਬਰਫ਼ ਦੀ ਮਜ਼ਬੂਤੀ ਘੱਟ ਹੋਣ ਕਰਕੇ ਜਮੀ ਹੋਈ ਝੀਲਾਂ ਜਾਂ ਸਮੁੰਦਰੀ ਕਿਨਾਰਿਆਂ ਤੇ ਜਾਣ ਸਮੇਂ ਖਾਸ ਸਾਵਧਾਨੀ ਵਰਤਣ। ਪੰਜਾਬ ਤੇ ਖਬਰ ਸਾਹਮਣੇ ਆ ਰਹੀ ਹੈ ਜੀ। ਪੰਜਾਬ ਵਿੱਚ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਇੱਕ ਅਹਿਮ ਮੁੱਦਾ ਚੁੱਕਿਆ ਗਿਆ ਹੈ। ਇਹ ਉਹ ਮੁੱਦਾ ਹੈ ਜੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਵੇਲੇ ਚੁੱਕਿਆ ਜਾ ਰਿਹਾ ਹੈ। ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਇਸ ਦਾ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ। ਬੱਚਿਆਂ ਦੇ ਸੋਸ਼ਲ ਮੀਡੀਆ ਤੇ ਬੈਨ ਨੂੰ ਲੈ ਕੇ ਮੁੱਦਾ ਚੁੱਕਿਆ ਜਾ ਰਿਹਾ ਹੈ। ਪੰਜਾਬ ਸਰਕਾਰ ਹੁਣ ਬੱਚਿਆਂ ਦੁਆਰਾ ਮੋਬਾਈਲ ਫੋਨ ਦੀ ਵਰਤੋਂ ਤੇ ਪਾਬੰਦੀ ਲਗਾਉਣ ਜਾਂ ਇਸ ਨੂੰ ਸੀਮਿਤ ਕਰਨ ਦੇ ਪ੍ਰਸਤਾਵ ਤੇ ਵਿਚਾਰ ਕਰੇਗੀ। ਇਹ ਭਰੋਸਾ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵਿਧਾਨ ਸਭਾ ਸਪੀਕਰ ਦੀ ਮੰਗ ਤੇ ਦਿੱਤਾ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਦਨ ਵਿੱਚ ਬੋਲਦਿਆਂ ਕਿਹਾ ਕਿ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਤੇ ਬੁਰਾ ਅਸਰ ਪਾ ਰਹੀ ਹੈ। ਉਹਨਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ, ਕਿਉਂਕਿ ਇਸ ਨਾਲ ਨੀਂਦ ਦੀ ਕਮੀ ਅਤੇ ਪੜ੍ਹਾਈ ਵਿੱਚ ਇਕਾਗਰਤਾ ਘਟ ਰਹੀ ਹੈ। ਸਪੀਕਰ ਦੀ ਇਸ ਚਿੰਤਾ ਤੇ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਇੱਕ ਗੰਭੀਰ ਮੁੱਦਾ ਹੈ। ਉਹਨਾਂ ਨੇ ਭਰੋਸਾ ਦਿੱਤਾ ਕਿ ਸਰਕਾਰ ਇਸ ਵਿਸ਼ੇ ਤੇ ਡੂੰਘੀ ਚਰਚਾ ਕਰੇਗੀ ਅਤੇ ਬੱਚਿਆਂ ਨੂੰ ਡਿਜੀਟਲ ਨਸ਼ੇ ਯਾਨੀ ਕਿ ਮੋਬਾਈਲ ਐਡਿਕਸ਼ਨ ਤੋਂ ਬਚਾਉਣ ਦੇ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਉਹਨਾਂ ਨੇ ਕਿਹਾ ਮਾਹਰਾਂ ਦੀ ਸਲਾਹ ਲੈ ਕੇ ਇਸ ਸੰਬੰਧੀ ਕੋਈ ਨੀਤੀ ਜਾਂ ਦਿਸ਼ਾ ਨਿਰਦੇਸ਼ ਤਿਆਰ ਕੀਤੇ ਜਾ ਸਕਦੇ ਹਨ। ਇਹ ਸਾਂਝੀ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਔਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।